ਇੰਨੀ ਮੰਗ ਕੀਤੀ ਹੈ ਮੇਰਾ ਬੱਚਾ ਮੈਨੂੰ ਦੇ ਦਿਓ, ਪਰ ਤੁਸੀਂ ਬੱਚੇ ਨਾਲ ਮੇਰੀ ਗੱਲ ਕਰਾ ਦਿਓ, ਉਹਦੇ ਬਿਨਾਂ ਨਹੀਂ ਰਿਹਾ ਜਾਂਦਾ। ਇੱਕ ਮਾਂ ਆਪਣੇ ਬੱਚੇ ਬਿਨਾਂ 15 ਦਿਨ ਕਿੱਦਾਂ ਰਹਿ ਸਕਦੀ ਹੈ? ਮੇਰਾ ਬੱਚਾ 4 ਸਾਲ ਦਾ ਹੈ, ਉਹ ਮੇਰੇ ਬਿਨਾਂ ਇੱਕ ਰਾਤ ਨਹੀਂ ਸੌਂਦਾ। ਹਾਰ ਕੇ ਮੈਨੂੰ ਆਪਣਾ ਬੇਟਾ ਉਸ ਘਰੋਂ ਲੈ ਕੇ ਆਣਾ ਪਿਆ ਤੇ ਉਸ ਵਿੱਚ ਤੇ ਮੈਂ ਆਂਦੇ ਸਾਰ ਜਦੋਂ ਮੈਂ ਬੇਟਾ ਆਪਣਾ ਲੈ ਕੇ ਆਈ ਹਾਂ, ਮੈਂ ਆਂਦੇ ACP ਸਰ ਨੂੰ, SHO ਸਰ ਨੂੰ ਇਨਫੋਰਮ ਕੀਤਾ ਉਹ ਤਾਂ ਕਾਨੂੰਨੀ ਕਾਰਵਾਈ ਕਰਾਉਣ ਨੂੰ ਤੁਰਦੇ ਪਏ। ਮੈਂ ਕਿਹਾ ਕਰਾਓ ਤੁਸੀਂ ਮਾਂ ਤੇ। ਅਸੀਂ ਥਾਣਾ ਨੰਬਰ 6 ਦੇ ਵਿੱਚ ਫੋਨ ਮਿਲਾਇਆ, ਦੇਖਦੇ ਹਾਂ SHO ਸਾਹਿਬ ਦਾ ਅੱਗੋਂ ਕੀ ਰਿਪਲਾਈ ਆਉਂਦਾ ਹੈ ਕਿ ਇੱਕ ਛੋਟਾ ਜਿਹਾ ਬੱਚਾ ਆਪਣੀ ਮਾਂ ਲੈ ਕੇ ਨਹੀਂ ਆ ਸਕਦੀ, ਕੋਈ ਇਸ ਤਰ੍ਹਾਂ ਦਾ ਰੂਲ ਹੈ? ਸਰ ਮੈਂ ਤੁਹਾਨੂੰ ਲਾਈਵ ਲੈ ਰਹੀ ਹਾਂ, ਇਸ ਵੇਲੇ ਬਹੁਤ ਜਣੇ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਤੇ ਸਵਾਗਤ ਹੈ। ਮੈਂ ਹਾਂ ਸਰੂਚੀ। ਅਕਸਰ ਸਹੁਰੇ ਪਰਿਵਾਰ ਦੇ ਵੱਲੋਂ ਨੂੰਹਾਂ ਦੇ ਨਾਲ ਹੁੰਦੀ ਧੱਕੇਸ਼ਾਹੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ, ਪਰ ਅੱਜ ਇੱਕ ਅਜਿਹਾ ਮਾਮਲਾ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜਿਸ ਦੇ ਵਿੱਚ ਇੱਕ ਮਾਂ ਦੇ ਖਿਲਾਫ ਸਿਰਫ ਇਸ ਕਰਕੇ ਸ਼ਿਕਾਇਤ ਕਰ ਦਿੱਤੀ ਗਈ ਕਿਉਂਕਿ ਮਾਂ ਆਪਣੇ ਸਿਰਫ 4 ਸਾਲ ਦੇ ਬੱਚੇ ਨੂੰ ਸਹੁਰੇ ਪਰਿਵਾਰ ਤੋਂ ਲੈ ਕੇ ਆਪਣੇ ਪੇਕੇ ਘਰ ਲੈ ਕੇ ਆਈ। ਆਖਰ ਪੂਰਾ ਮਾਮਲਾ ਕੀ ਹੈ ਕਿ ਲੋੜ ਪੈ ਗਈ ਕਿ ਮਾਂ ਨੂੰ ਸਹੁਰੇ ਪਰਿਵਾਰ ਤੋਂ ਆਪਣੇ ਬੱਚੇ ਨੂੰ ਲੈ ਕੇ ਪੇਕੇ ਘਰ ਆਉਣਾ ਪਿਆ, ਤੇ ਇਸ ਪਿੱਛੇ ਪੂਰੀ ਗੱਲ ਕੀ ਹੈ ਉਹ ਪੂਰਾ ਮਾਮਲਾ ਤੁਹਾਡੇ ਸਾਹਮਣੇ ਰੱਖਾਂਗੇ। ਸਾਡੇ ਨਾਲ ਜਲੰਧਰ ਤੋਂ ਕੋਮਲ ਉਹ ਲੜਕੀ ਮੌਜੂਦ ਹੈ ਜੋ ਇਸ ਵੇਲੇ ਇਹਨਾਂ ਸ਼ਿਕਾਇਤਾਂ ਦਾ ਸਾਹਮਣਾ ਕਰ ਰਹੀ ਹੈ ਤੇ ਇਨਸਾਫ ਦੀ ਗੁਹਾਰ ਵੀ ਲਗਾ ਰਹੀ ਹੈ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਇਸੇ ਤੋਂ ਹੀ ਕਰਾਂਗੀ ਕਿ ਆਖਰ ਲੋੜ ਕੀ ਪੈ ਗਈ ਕਿ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਆਉਂਦੇ ਹੋ ਸਹੁਰੇ ਪਰਿਵਾਰ ਤੋਂ, ਤੇ ਸਹੁਰਾ ਪਰਿਵਾਰ ਸਿਰਫ ਇਸ ਗੱਲ ਤੇ ਸ਼ਿਕਾਇਤ ਕਰ ਦਿੰਦਾ ਹੈ ਕਿ ਮਾਂ ਆਪਣੇ ਬੱਚੇ ਨੂੰ ਸਾਡੇ ਘਰ ਤੋਂ ਲੈ ਕੇ ਗਈ ਹੈ। 11 ਅਪ੍ਰੈਲ ਨੂੰ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਤੇ ਐਸਿਡ ਅਟੈਕ ਕੀਤਾ। ਆਪਣੀ ਜਾਨ ਬਚਾਉਣ ਪਿੱਛੇ ਮੈਂ ਗੁਰੂ ਤੇਗ ਬਹਾਦਰ ਨਗਰ ਤੋਂ ਗੁਰੂ ਨਾਨਕ ਮਿਸ਼ਨ ਵੱਲ ਜਾ ਰਹੀ ਹਾਂ। ਐਂਡ ਉਸ ਟਾਈਮ ਤੇ PCR ਵਾਲਿਆਂ ਨੇ ਮੇਰੇ ਭਰਾ ਨੂੰ ਇਨਫੋਰਮ ਕੀਤਾ ਕਿ ਤੁਹਾਡੀ ਭੈਣ ਇੱਥੇ ਰੋਂਦੀ GTB ਨਗਰ ਤੋਂ ਗੁਰੂ ਨਾਨਕ। ਇਹ ਟਾਈਮ ਕੀ ਸੀਗਾ ਜਦੋਂ ਤੁਹਾਡੇ ਘਰ ਮਤਲਬ ਇਹ ਪੂਰਾ ਚੀਜ਼ ਹੋਈ ਹੈ? ਕੀ ਟਾਈਮ ਕੀ ਸੀ ਉਸ ਵੇਲੇ? ਪੌਣੇ 12 ਰਾਤ ਦਾ। ਐਟ ਦੈਟ ਟਾਈਮ ਮੇਰੇ ਬ੍ਰਦਰ ਆਏ ਉੱਥੇ ਤੇ ਸਿਰਫ ਗੱਲ ਕਰਨ ਗਏ ਆ ਘਰ ਕਿ ਅਸੀਂ ਗੱਲ ਕਰਦੇ ਹਾਂ ਕਿ ਪ੍ਰੋਬਲਮ ਕਿੱਥੇ ਆ ਰਹੀ ਹੈ। ਐਟ ਦੈਟ ਟਾਈਮ ਅਸੀਂ ਬੱਚੇ ਦੀ ਮੰਗ ਕੀਤੀ, ਸਾਨੂੰ ਆਪਣਾ ਬੱਚਾ ਦੇ ਦਿਓ, ਅਸੀਂ ਘਰ ਨਹੀਂ ਜਾਣਾ, ਸਾਡੀ ਭੈਣ ਦੀ ਜਾਨ ਨੂੰ ਖਤਰਾ ਹੈ, ਅਸੀਂ ਅੰਦਰ ਨਹੀਂ ਜਾਣਾ। ਉਸ ਟਾਈਮ ਦੇ ਇਨ-ਲॉज ਐਬਿਊਜ਼ਿਵ ਲੈਂਗੁਏਜ ਯੂਜ਼ ਕਰਦੇ ਆ, ਗਲਤ ਬੋਲਦੇ ਆ ਉਹਨਾਂ ਨੂੰ ਤੇ ਹੱਥੋਂ ਪਾਈ ਹੁੰਦੇ ਆ ਮੇਰੇ ਭਰਾਵਾਂ ਨਾਲ। ਤੇ ਉਸ ਤੋਂ ਬਾਅਦ ਸਾਡੀ ਸੁਣਵਾਈ ਨਹੀਂ ਹੋਈ। ਅਸੀਂ ਜਗ੍ਹਾ ਜਗ੍ਹਾ ਗਏ ਹਾਂ, ਅਸੀਂ SHO ਸਾਹਿਬ ਕੋ ਗਏ ਹਾਂ, ACP ਸਾਹਿਬ ਕੋ ਗਏ ਹਾਂ, ਅਸੀਂ ਕਮਿਸ਼ਨਰ ਸਰ ਕੋ ਵੀ ਗਏ ਹਾਂ। ਸਿਰਫ ਕਿਹੜੇ ਥਾਣੇ ਦੇ ਵਿੱਚ ਤੁਸੀਂ ਸ਼ਿਕਾਇਤ ਕੀਤੀ ਇਸ ਮਾਮਲੇ 'ਚ? ਥਾਣੇ ਮੇਰੀ MRL ਕਟੋਈ ਹੋਈ ਹੈ, MRL ਮੇਰੀ ਕੱਟੀ ਸਿਵਲ ਹਸਪਤਾਲ ਤੋਂ, ਤੇ ਕੋਈ ਕਾਰਵਾਈ ਨਹੀਂ ਹੋਈ। ਸਿਰਫ ਇੰਨੀ ਮੰਗ ਕੀਤੀ ਹੈ ਮੇਰਾ ਬੱਚਾ ਮੈਨੂੰ ਦੇ ਦਿਓ, ਪਰ ਤੁਸੀਂ ਬੱਚੇ ਨਾਲ ਮੇਰੀ ਗੱਲ ਕਰਾ ਦਿਓ, ਉਹਦੇ ਬਿਨਾਂ ਨਹੀਂ ਰਿਹਾ ਜਾਂਦਾ। ਇਹਨਾਂ ਨੇ ਇੱਕ ਨਹੀਂ ਸੁਣੀ। ਰੋਜ਼ ਸਵੇਰੇ ਅਸੀਂ 9 ਵਜੇ ਨਿਕਲਦੇ ਹੀ ਸ਼ਾਮੀ 5 ਵਜੇ ਆਣਾ, ਸਿਰਫ ਬੇਟਾ ਦੇ ਦਿਓ, ਹੋਰ ਕੁਝ ਨਹੀਂ ਚਾਹੀਦਾ। ਮੈਂ ਆਪਣੇ ਹਸਬੈਂਡ ਨਾਲ ਵੀ ਕਿਹਾ, ACP ਸਰ ਗੁਰਪ੍ਰੀਤ ਸਿੰਘ ਗਿੱਲ ਕਹਿੰਦੇ ਹੈ ਕਿ ਕੋਈ ਗੱਲ ਨਹੀਂ ਕੋਮਲ, ਬੇਟਾ ਮਿਲ ਜਾਏਗਾ, ਅੱਜ ਨਹੀਂ ਕੱਲ ਮਿਲੇਗਾ। ਰੋਜ਼ ਸਵੇਰੇ ਇਹੀ ਆਸ ਤੋੜਦੀ ਹਾਂ। ਪਰ ਜਦੋਂ ਤੁਸੀਂ ਸ਼ਿਕਾਇਤ ਲੈ ਕੇ ਗਏ ਤਾਂ ਉਹਨਾਂ ਨੇ ਕੋਈ FIR ਕੀਤੀ, ਕੋਈ ਮਾਮਲਾ ਦਰਜ ਕੀਤਾ, ਕੋਈ ਉਹਨਾਂ ਦੇ ਨਾਲ ਦੂਸਰੀ ਪਾਰਟੀ ਦੇ ਨਾਲ ਰਾਬਤਾ ਕਾਇਮ ਕੀਤਾ? ਕੋਈ ਤਾਂ ਦੂਜੀ ਪਾਰਟੀ ਹਾਜ਼ਰੀ ਨਹੀਂ ਹੋਈ। ਪਹਿਲਾਂ ਉਹ ਪੁਲਿਸ ਥਾਣੇ ਨਹੀਂ ਆਉਂਦੀਆਂ ਸੀ, ਅਗਰ ਆਈਆਂ ਸਿਟਿੰਗ ਕੀਤੀਆਂ ਉੱਥੇ ਨੇ ਮਿਸਬਿਹੇਵ ਕੀਤਾ। ਮੈਂ ਕਿਹਾ ਸਿਰਫ ਮੈਨੂੰ ਬੇਟੇ ਨਾਲ ਮਿਲਾ ਦਿਓ, ਉਹਨਾਂ ਗੱਲ ਕਰਾ ਦਿਓ ਮੇਰੀ। ਕਹਿੰਦੇ ਸੀ ਨਹੀਂ ਕਰਾਣੀ, ਕੋਰਟ ਦੇ ਥਰੂ ਲਵੇ ਬੱਚਾ। ਇੱਕ ਮਾਂ ਆਪਣੇ ਬੱਚੇ ਬਿਨਾਂ 15 ਦਿਨ ਕਿੱਦਾਂ ਰਹਿ ਸਕਦੀ ਹੈ? ਮੇਰਾ ਬੱਚਾ 4 ਸਾਲ ਦਾ ਹੈ, ਉਹ ਮੇਰੇ ਬਿਨਾਂ ਇੱਕ ਰਾਤ ਨਹੀਂ ਸੌਂਦਾ। ਇਹਨਾਂ ਨੇ ਮੇਰੇ ਨਾਲ ਬਹੁਤ ਧੱਕਾ ਕੀਤਾ ਹੈ। ਹਾਰ ਕੇ ਮੈਨੂੰ ਕੱਲ ਮੈਂ ਕਮਿਸ਼ਨਰ ਸਰ ਦੇ ਆਫਿਸ ਗਈ ਹਾਂ, ਸਰ ਪਲੀਜ਼ ਮੈਨੂੰ ਮੇਰਾ ਬੇਟਾ ਮਿਲਾ ਦਿਓ, 2 ਮਿੰਟ ਲਈ ਮਿਲਾ ਦਿਓ।
ਨਹੀਂ ਪੋਸੀਬਲ ਹੋਇਆ। ਹਾਰ ਕੇ ਮੈਂ ਰਾਤ ਨੂੰ ਇਹ ਕਦਮ ਚੱਕਿਆ ਕਿ ਮੈਂ ਆਪਣਾ ਬੇਟਾ ਘਰੋਂ ਲੈ ਕੇ ਆਉਣਾ, ਕਿਉਂਕਿ ਮੈਂ ਮਾਂ ਹਾਂ, ਮੇਰੇ ਕੋਲ ਲੀਗਲ ਅਥਾਰਟੀ ਹੈ ਕਿ ਮੈਂ ਆਪਣੇ ਬੱਚੇ ਨੂੰ ਉਠਾ ਤੇ ਉਹ ਤੁਹਾਡਾ ਘਰ ਵੀ ਹੈ, ਤੁਸੀਂ ਉੱਥੇ ਜਾ ਵੀ ਸਕਦੇ ਹੋ, ਕਿਉਂਕਿ ਕੋਈ ਕੇਸ ਤਾਂ ਨਹੀਂ ਚੱਲਦਾ ਕਿ ਤੁਹਾਨੂੰ ਪੁਲਿਸ ਨੇ ਜਾਂ ਕਿਸੇ ਪੁਲਿਸ ਮੁਲਾਜ਼ਮ ਨੇ ਤੁਹਾਨੂੰ ਮਨਾ ਕੀਤਾ ਹੋਵੇ ਜਾਂ ਕਿਸੇ ਅਧਿਕਾਰੀ ਨੇ ਮਨਾ ਕੀਤਾ ਹੋਵੇ ਕਿ ਤੁਸੀਂ ਸਹੁਰੇ ਪਰਿਵਾਰ ਦੇ ਵਿੱਚ ਨਹੀਂ ਉਨੀ ਦੇਰ ਤੱਕ ਜਾਣਾ ਜਦੋਂ ਤੱਕ ਕੋਈ ਚੱਲ ਰਿਹਾ ਹੈ। ਅਜਿਹੀ ਮਨਾਹੀ ਤਾਂ ਨਹੀਂ ਕਿਸੇ ਨੇ ਕੀਤੀ? ਕਿਹਾ ਹੈ ਕਿ ਤੁਹਾਡੀ ਅਥਾਰਟੀ ਪੂਰੀ ਹੈ, ਤੁਸੀਂ ਉਸ ਘਰ ਦੀ ਨੂੰ ਤੁਸੀਂ ਜਾ ਕੇ ਬੇਟਾ ਲੈ ਕੇ ਆ ਸਕਦੇ ਹੋ, ਅਸੀਂ ਜ਼ਬਰਦਸਤੀ ਨਹੀਂ ਕਰ ਸਕਦੇ। ਹਾਰ ਕੇ ਮੈਨੂੰ ਆਪਣਾ ਬੇਟਾ ਉਸ ਘਰੋਂ ਲੈ ਕੇ ਆਣਾ ਪਿਆ। ਤੇ ਉਸ ਵਿੱਚ ਤੇ ਮੈਂ ਆਂਦੇ ਸਾਰ ਜਦੋਂ ਮੈਂ ਬੇਟਾ ਆਪਣਾ ਲੈ ਕੇ ਆਈ ਹਾਂ, ਮੈਂ ਆਂਦੇ ACP ਸਰ ਨੂੰ, SHO ਸਰ ਨੂੰ ਇਨਫੋਰਮ ਕੀਤਾ ਹੈ ਕਿ ਸਰ ਮੈਂ ਆਪਣਾ ਬੇਟਾ ਖੁਦ ਲੈ ਕੇ ਆਪਣੇ ਘਰ ਆ ਗਈ ਹਾਂ। ਤੇ ਉਸ ਤੋਂ ਬਾਅਦ ਉਹ ਮੇਰੇ ਤੇ ਕਾਰਵਾਈ ਕਰਾ ਰਹੇ ਹੈ। ਇਹ ਸਹੁਰਾ ਪਰਿਵਾਰ ਕਾਰਵਾਈ ਕਰਵਾ ਰਿਹਾ? ਸਹੁਰਾ ਪਰਿਵਾਰ ਮੇਰੇ ਤੇ ਕਾਰਵਾਈ ਕਰਾ ਰਿਹਾ ਕਿ ਮਾਂ ਆਪਣਾ ਬੱਚਾ ਲੈ ਕੇ ਦੌੜ ਗਈ। ਇੱਕ ਮਾਂ ਨੂੰ ਆਪਣੇ ਬੱਚੇ ਤੋਂ ਵੱਧ ਕੁਝ ਹੁੰਦਾ ਹੈ? ਉਹ ਬੱਚੇ, ਜਦੋਂ ਮੈਂ ਬੱਚੇ ਨੂੰ ਹੱਥ ਲਾਇਆ ਹੈ, ਉਹ ਬੱਚਾ ਬੁਖਾਰ ਨਾ ਤੱਪ ਰਿਹਾ, 102 ਬੁਖਾਰ ਹੈ, ਉਹਨੂੰ ਮੈਂ ਹਸਪੀਟਲ ਵੀ ਲੈ ਕੇ ਗਈ ਹੈ, ਮੇਰੇ ਕੋਲ ਬਕਾਇਦਾ ਪਰਚੀ ਹੈ। ਬੱਚਾ ਮੇਰਾ ਠੀਕ ਨਹੀਂ ਉਸ ਟਾਈਮ ਤੇ। ਜਦੋਂ ਮੈਂ ਆਪਣੇ ਬੱਚੇ ਨੂੰ ਫੜਿਆ ਹੈ, ਐਟ ਦੈਟ ਟਾਈਮ ਮੇਰੇ ਇਨ-ਲॉज ਨੇ ਹਮਲਾ ਵੀ ਕੀਤਾ ਹੈ ਤੇ ਮੇਰੇ ਨਿਸ਼ਾਨ ਵੀ ਪਏ ਹੈ, ਡੀਪ ਕੱਟ ਮਾਰੇ। ਇਹ ਹਮਲਾ ਕਿਸ ਚੀਜ਼ ਨਾਲ ਕੀਤਾ ਗਿਆ? ਇਹ ਸ਼ਾਰਪ ਕੱਟ ਮਾਰੇ ਉਹਨਾਂ ਨੇ ਮੇਰੇ ਉਸ ਟਾਈਮ ਤੇ ਕਿ ਬੱਚਾ ਛੱਡ ਦੇ। ਉਹਨਾਂ ਨੂੰ ਇੰਨਾ ਤਰਸ ਨਹੀਂ ਆਇਆ ਕਿ ਬੱਚੇ ਦੀ ਬਾਂਹ ਵੀ ਉਤਰ ਸਕਦੀ ਸੀ, ਇੰਨੀ ਜ਼ੋਰ ਦੇ ਉਹਨਾਂ ਨੇ ਪਕੜਦਾ ਸੀ, ਅਸੀਂ ਬੱਚਾ ਨਹੀਂ ਦੇਣਾ ਤੈਨੂੰ। ਮੈਂ ਮਾਂ ਵਾਂ, ਮੈਂ ਬੱਚਾ ਲੈਣ ਗਈ ਹਾਂ ਉੱਥੇ, ਮੇਰਾ ਰਾਈਟ ਹੈ ਪੂਰਾ ਮੇਰੇ ਬੇਟੇ ਤੇ। ਕੱਲਾ ਉਹਦੇ ਫਾਦਰ ਦਾ ਰਾਈਟ ਨਹੀਂ ਹੈ, ਮੇਰਾ ਵੀ ਉਹਨਾਂ ਰਾਈਟ ਹੈ। ਮੈਂ ਆਪਣੇ ਇਹਨਾਂ ਦੇ ਫਾਦਰ ਨੂੰ ਮੈਂ ਰੋਜ਼ ਮੈਸੇਜ ਕੀਤੇ ਹੈ, 2 ਮਿੰਟ ਲਈ ਗੱਲ ਕਰਾ ਦਿਓ, 2 ਮਿੰਟ ਲਈ ਮੈਨੂੰ ਨਾ ਬੁਲਾ ਦਿਓ। ਉਹ ਕਹਿੰਦੇ ਅਸੀਂ ਵਿਹਲੇ ਨਹੀਂ ਆ, ਅਸੀਂ ਗੱਲ ਨਹੀਂ ਕਰਾਣੀ। ਇਹ ਗੱਲ ਮਤਲਬ ਤੁਹਾਡੇ ਹਸਬੰਡ ਕਹਿ ਰਹੇ ਨੇ? ਹਾਂਜੀ, ਉਹ ਕਹਿੰਦੇ ਅਸੀਂ ਗੱਲ ਨਹੀਂ ਕਰਾ ਸਕਦੇ। ਕਿੰਨਾ ਟਾਈਮ ਪਹਿਲਾਂ, ਕਿੰਨੀ ਦੇਰ ਹੋ ਗਈ ਹੈ ਤੁਹਾਡੀ ਮੈਰਿਜ ਨੂੰ? ਮੇਰੀ ਮੈਰਿਜ ਨੂੰ 5 ਸਾਲ ਹੋ ਗਏ। ਤੇ ਰਿਸ਼ਤਾ ਕਿਵੇਂ ਹੋਇਆ ਸੀ? ਜਦੋਂ ਤੁਸੀਂ ਵਿਆਹ ਕਰਵਾਉਣ ਲੱਗੇ ਤੁਹਾਨੂੰ ਉਦੋਂ ਪਤਾ ਸੀਗਾ ਕਿ ਫੈਮਿਲੀ ਦਾ ਬਿਹੇਵੀਅਰ ਕਿਹੋ ਜਿਹਾ ਸੀ? ਵਿਆਹ ਤੋਂ ਪਹਿਲਾਂ ਇਹਨਾਂ ਨੇ ਡਾਇਮੰਡ ਦੀ ਮਿਲਨੀਆਂ ਦੀ ਡਿਮਾਂਡ ਕੀਤੀ ਹੈ, ਸਲਿੱਪ ਲੈ ਕੇ ਆਏ ਆ 4 ਪੇਜਾਂ ਦੀ। ਜਦੋਂ ਸਾਡੇ ਡੰਬੇ ਵੰਡੇ ਗਏ ਉਸ ਤੋਂ ਬਾਅਦ ਇਹਨਾਂ ਨੇ ਸਲਿੱਪ ਲਿਆਂਦੀ ਹੈ ਕਿ ਸਾਨੂੰ ਮਿਲਨੀਆਂ ਚਾਹੀਦੀਆਂ। ਐਟ ਦੈਟ ਟਾਈਮ ਮੈਂ ਮਨਾ ਕਰਤਾ ਸੀ ਮੈਰਿਜ ਵਾਸਤੇ, ਮੈਂ ਮੈਰਿਜ ਨਹੀਂ ਕਰਨੀ। ਫਿਰ ਜਦੋਂ ਮੈਰਿਜ ਲਈ ਮਨਾ ਕੀਤਾ ਤੇ ਦੇਵਰ ਜੀ ਕਹਿ ਰਹੇ ਹੈ ਕਿ ਪਾਪਾ ਨੂੰ ਕੱਲ ਨੂੰ ਹਾਰਟ ਅਟੈਕ ਆ ਗਿਆ, ਕੁਝ ਵੀ ਹੋ ਗਿਆ, ਤੁਸੀਂ ਜ਼ਿੰਮੇਵਾਰ ਹੋਵੋਗੇ। ਹਾਰ ਕੇ ਮੈਨੂੰ ਹਾਂ ਕਰਨੀ ਪਈ ਕਿ ਚਲੋ ਇੱਕ ਮੌਕਾ ਇਹਨਾਂ ਨੂੰ ਦੇ ਦਈਏ, ਅੱਗੇ ਜ਼ਿੰਦਗੀ ਸਹੀ ਹੋ ਜਾਏਗੀ। ਲੇਕਿਨ ਉਸ ਤੋਂ ਬਾਅਦ ਵੀ ਇਹਨਾਂ ਨੇ ਤੰਗ ਕਰਨਾ ਨਹੀਂ ਛੱਡਿਆ ਮੈਨੂੰ। ਵਿਆਹ ਤੋਂ ਬਾਅਦ ਲਗਾਤਾਰ ਪਰ ਲੜਾਈ ਦਾ ਕਾਰਨ ਕੀ ਰਹਿੰਦਾ ਸੀ? ਲੜਾਈ ਕਾਰਨ ਸੋਨੇ ਦੀ ਮੰਗ ਹੈ ਜੀ, ਸੋਨੇ ਦੀ, ਸਾਨੂੰ ਸੋਨਾ ਦੇ ਪੇਕਿਆਂ ਦਾ, ਉਹ ਸਾਨੂੰ ਚਾਹੀਦਾ ਹੈ। ਰੋਜ਼ ਟੌਰਚਰ ਹੁੰਦੀ ਸੀ ਮੈਂ। ਹਾਰ ਕੇ ਉਸ ਰਾਤੀ ਮੈਨੂੰ ਮਜਬੂਰਨ ਆਪਣੀ ਜਾਨ ਬਚਾਉਣ ਦੇ ਪਿੱਛੇ ਮੈਨੂੰ ਘਰੋਂ ਨਿਕਲਣਾ ਪਿਆ। ਐਟ ਦੈਟ ਯਾਨੀ 11 ਅਪ੍ਰੈਲ ਨੂੰ ਜਦੋਂ ਤੁਸੀਂ ਆਪਣੇ ਘਰੋਂ ਨਿਕਲੇ ਹੋ ਉਦੋਂ ਵੀ ਘਰ ਦੇ ਵਿੱਚ ਮਤਲਬ ਲੜਾਈ ਵਗੈਰਾ ਹੋਈ ਹੈ? ਜੀ ਲੜਾਈ ਹੋਈ ਹੈ, ਇਸ ਮੁੱਦੇ ਤੇ ਰੋਜ਼ ਲੜਾਈ ਹੁੰਦੀ ਸੀ। ਇਹ ਰੋਜ਼ ਦਾ ਇਹਨਾਂ ਦਾ ਕੰਮ ਹੋ ਗਿਆ ਦਾ ਹੀ। ਐਟ ਦੈਟ ਟਾਈਮ ਮੈਂ ਆਪਣੀ ਜਾਨ ਬਚਾਉਣ ਪਿੱਛੇ ਘਰੋਂ ਨਿਕਲੀ ਆ। ਮੈਂ ਸਿਰਫ ਆਪਣੇ ਬੇਟੇ ਦੀ ਮੰਗ ਕਰ ਰਹੀ ਹਾਂ 15 ਦਿਨਾਂ ਦੀ। 11 ਤੋਂ 26 ਤਰੀਕ ਹੋ ਗਈ ਹੈ, ਸਿਰਫ ਬੇਟੇ ਦੀ ਮੰਗ ਕੀਤੀ ਸੀ। ਸਰ ਤੁਸੀਂ ਥਾਣੇ ਗਏ, ਥਾਣਾ ਨੰਬਰ 6 ਦੇ ਵਿੱਚ ਗਏ, SHO ਦਾ ਉਹਨਾਂ ਦਾ ਕੀ ਕਹਿਣਾ ਸੀਗਾ? ਉਹਨਾਂ ਨੇ ਮਾਮਲਾ ਦਰਜ ਕੀਤਾ ਇਸ ਮਾਮਲੇ 'ਚ? ਉਹਨਾਂ ਨੇ ਮੇਰੀ MRL ਦੇਖੀ ਹੈ, ਉਹਨਾਂ ਨੇ ਮੇਰੀ ਕੰਪਲੇਂਟ ਲਿਖਵਾਈ ਹੈ, ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਜਾਣਦੇ ਹਾਂ ਜਦੋਂ ਉਹਨਾਂ ਨੇ ਟਾਈਮ ਦਿੱਤਾ ਸੀ ਗਏ ਆ, ਉਧਰੋਂ ਕੋਈ ਨਹੀਂ ਆਂਦਾ ਸੀ। ਮੈਂ ਸਰ ਨੂੰ ਇਹੀ ਕਿਹਾ, ਸਰ ਮੇਰਾ ਬੇਟਾ ਮਿਲਾ ਦਿਓ ਬਸ, ਹੋਰ ਮੈਨੂੰ ਕੁਝ ਨਹੀਂ ਚਾਹੀਦਾ, ਉਹਨਾਂ ਨੂੰ ਨਾ ਬੁਲਾਓ, ਸਿਰਫ ਮੇਰਾ ਬੇਟਾ ਮੈਨੂੰ ਮਿਲਵਾ ਦਿਓ। 15 ਦਿਨਾਂ ਬਾਅਦ ਹਾਰ ਕੇ ਮੈਂ ਘਰ ਗਈ ਹਾਂ ਕਿ ਮੈਨੂੰ ਮੇਰਾ ਬੇਟਾ ਦੇ ਦਿਓ। 5 ਸਾਲ ਹੋ ਗਏ, ਜਿਵੇਂ ਤੁਸੀਂ ਦੱਸ ਰਹੇ ਹੋ ਕਿ 5 ਸਾਲ ਹੋ ਗਏ ਇਹੀ ਕੁਝ ਚੱਲ ਰਿਹਾ ਹੈ। 5 ਸਾਲ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਵੀ ਗੱਲ ਕੀਤੀ ਹੋਏਗੀ ਕਿ ਮੈਂ ਇਹੋ ਜਿਹੇ ਹਾਲਾਤਾਂ ਤੋਂ ਗੁਜ਼ਰ ਰਹੀ ਹਾਂ, ਕਿ ਇਕੱਠੇ ਬੈਠ ਕੇ ਕਦੀ ਪਰਿਵਾਰਾਂ ਨੇ ਕਦੀ ਗੱਲ ਨਹੀਂ ਕੀਤੀ ਜਾਂ ਵਿੱਚ ਕਿਸੇ ਹੋਰ ਨੇ ਬੈਠ ਕੇ? ਪਹਿਲੇ 2 ਵਾਰੀ ਹੋਏ ਹੈ, ਸਾਡੀ ਬੈਠਕ ਹੋਈ ਹੈ, 2 ਵਾਰੀ ਇਹ ਮਾਫੀਆ ਮੰਗ ਕੇ ਸਾਡੇ ਕੋਲੋਂ ਕਿ ਸਾਨੂੰ ਕੁੜੀ ਦੇ ਦਿਓ, ਅੱਜ ਤੋਂ ਬਾਅਦ ਕਦੀ ਨਹੀਂ ਹੋਏਗਾ। ਵਿੱਚ ਲੋਕ ਪਏ ਹੈ, ਗਰੰਟੀਆਂ ਭਰੀਆਂ ਉਹਨਾਂ ਨੇ ਕਿ ਅੱਜ ਤੋਂ ਬਾਅਦ ਇਹ ਕੰਮ ਨਹੀਂ ਹੋਏਗਾ। ਮੈਂ 2 ਵਾਰੀ ਵਾਪਸ ਆਈ ਹਾਂ, ਲੇਕਿਨ ਹੁਣ ਨਹੀਂ। ਹੁਣ ਮੈਨੂੰ ਜਸਟਿਸ ਚਾਹੀਦਾ। ਜਿਸ ਦਿਨ ਤੁਸੀਂ ਆਪਣੇ ਬੇਟੇ ਨੂੰ ਖੁਦ ਲੈ ਕੇ ਆਏ ਤੇ ਉਸ ਵੇਲੇ ਤੁਸੀਂ ਜਿਹੜੇ ਅਫਸਰਾਂ ਦੇ ਨਾਲ ਗੱਲ ਕੀਤੀ ਹੈ ਜਾਂ SHO ਨੂੰ ਦੱਸਿਆ, ਉਹਨਾਂ ਦਾ ਕੀ ਅੱਗੋਂ ਰਿਪਲਾਈ ਸੀ? ਕੀ ਕਹਿੰਦੇ ਕੀ ਸੀ? ਉਹ ਤਾਂ ਕਾਨੂੰਨੀ ਕਾਰਵਾਈ ਕਰਾਉਣ ਨੂੰ ਤੁਰਦੇ ਪਏ। ਮੈਂ ਕਿਹਾ ਕਰਾਓ ਤੁਸੀਂ, ਮਾਂ ਤੇ ਇੱਕ ਮਾਂ ਆਪਣਾ ਬੇਟਾ ਲੈਣ ਗਈ ਤੁਹਾਡੇ ਤੇ ਕਾਰਵਾਈ ਕਰਵਾਉਣ ਨੂੰ ਕਿ ਤੁਸੀਂ ਬੱਚਾ ਲੈ ਕੇ ਗਏ ਹੋ ਤੇ ਹੁਣ ਤੁਹਾਡੇ ਤੇ ਕਾਰਵਾਈ ਹੋਏਗੀ। ਇਹ ਲਫ਼ਜ਼ SHO ਦੇ ਨੇ? ਹਾਂਜੀ, ਉਹਨਾਂ ਦੇ ਲਫ਼ਜ਼ ਹੈ ਕਿ ਤੁਹਾਡੇ ਤੇ ਕਾਰਵਾਈ ਹੋਏਗੀ। ਮੈਂ ਕਰੋ, ਇੱਕ ਮਾਂ ਤੇ ਕਾਰਵਾਈ ਕਰੋ, ਇੱਕ ਬੱਚਾ ਲੈਣ ਗਈ ਹੈ ਔਰ ਤੇ ਕਾਰਵਾਈ ਕਰੋ ਤੁਸੀਂ। ਅਸੀਂ ਕੋਸ਼ਿਸ਼ ਕਰਾਂਗੇ ਕਿ SHO ਦੇ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦੇ ਵੱਲੋਂ ਕਿਹੋ ਜਿਹੀ ਕਾਰਵਾਈ ਹੋ ਰਹੀ ਹੈ। ਪਰ ਇਸ ਦੇ ਵਿੱਚ ਮਤਲਬ ਜਿਵੇਂ ਵਿਆਹ ਹੁੰਦਾ, ਤੁਸੀਂ ਕਹਿੰਦੇ ਹੋ ਕਿ ਮੈਂ ਹਸਬੈਂਡ ਨੂੰ ਵੀ ਕਈ ਵਾਰੀ ਕਿਹਾ ਕਿ ਮੇਰੇ ਬੱਚੇ ਦੇ ਨਾਲ ਇੱਕ ਵਾਰੀ ਗੱਲ ਕਰਵਾ ਦਿਓ,
ਪੂਰਾ ਪਰਿਵਾਰ ਚਾਹੇ ਤੁਹਾਡੇ ਖਿਲਾਫ ਸੀ ਕਿ ਹਸਬੰਡ ਨੇ ਵੀ ਕੋਆਪਰੇਟ ਨਹੀਂ ਕੀਤਾ? ਨਹੀਂ ਕੀਤਾ ਜੀ, ਨਹੀਂ ਕੀਤਾ। ਏਸੀਪੀ ਸਾਹਿਬ ਦੇ ਕਹਿਣ ਦੇ ਨਾਲ ਮੈਂ ਉਹ ਕਹਿੰਦੇ ਰਾਜੀਨਾਮਾ ਕਰ ਲਓ। ਮੈਂ ਕਿਹਾ ਸਰ ਮੇਰਾ ਬੇਟਾ ਮਿਲਾ ਦਿਓ ਸਿਰਫ। ਉੱਥੇ ਇਹਨਾਂ ਨੇ ਗੱਲ ਕਰਾਈ ਹੈ 2 ਮਿੰਟ ਲਈ। ਬਾਅਦ 'ਚ ਮੈਂ ਬੱਚੇ ਨਾਲ ਗੱਲ ਕਰਨਾ ਚਾਹਿਆ, ਲੇਕਿਨ ਉਹ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਕਰਾਵਾਂਗਾ, ਮੈਂ ਕੋਈ ਵਿਹਲਾ ਨਹੀਂ ਹੈਗਾ, ਮੈਂ ਤੇਰੀ ਗੱਲ ਨਹੀਂ ਕਰਾ ਸਕਦਾ ਬੇਟੇ ਨਾਲ। ਅਸੀਂ ਥਾਣਾ ਨੰਬਰ 6 ਦੇ ਵਿੱਚ ਫੋਨ ਮਿਲਾਇਆ ਹੈ, ਦੇਖਦੇ ਹਾਂ ਐਸਐਚਓ ਸਾਹਿਬ ਦਾ ਅੱਗੋਂ ਕੀ ਰਿਪਲਾਈ ਆਉਂਦਾ ਹੈ, ਕਿਉਂਕਿ ਇੱਕ ਮਾਂ ਦੇ ਖਿਲਾਫ ਹੀ। ਹੈਲੋ ਥਾਣਾ ਨੰਬਰ 6 ਤੋਂ ਗੱਲ ਕਰ ਰਹੇ? ਹਾਂਜੀ ਬੋਲ ਰਹੇ। ਐਸਐਚਓ ਸਾਹਿਬ ਮੈਂ ਲਾਈਵ ਹਾਂ, ਦੈਨਿਕ ਸਵੇਰਾ ਤੇ ਗੱਲ ਕਰ ਰਹੀ ਹਾਂ। ਇੱਕ ਕੋਮਲ ਨਾਂ ਦੀ ਲੜਕੀ ਹੈ ਜਿਨ੍ਹਾਂ ਦੇ ਖਿਲਾਫ ਸ਼ਾਇਦ ਸਹੁਰਾ ਪਰਿਵਾਰ ਨੇ ਕੋਈ ਸ਼ਿਕਾਇਤ ਕੀਤੀ ਹੈ। ਕਿ ਆਪਾਂ ਜਾਣ ਸਕਦੇ ਹਾਂ ਕਿਸ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਸ਼ਿਕਾਇਤ ਹੋਈ ਹੈ? ਕਿ ਇੱਕ ਛੋਟਾ ਜਿਹਾ ਬੱਚਾ ਆਪਣੀ ਮਾਂ ਲੈ ਕੇ ਨਹੀਂ ਆ ਸਕਦੀ, ਕੋਈ ਇਸ ਤਰ੍ਹਾਂ ਦਾ ਰੂਲ ਹੈ? ਮੈਂ ਨਾ ਬਿਜ਼ੀ ਆ ਸਰ ਮੈਂ ਤੁਹਾਨੂੰ ਲਾਈਵ ਲੈ ਰਹੀ ਹਾਂ, ਇਸ ਵੇਲੇ ਬਹੁਤ ਜਣੇ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ। ਮੈਂ ਲਾਈਵ ਲੈ ਰਹੀ ਹਾਂ, ਸਾਰੇ ਜਣੇ ਤੁਹਾਡਾ ਜਵਾਬ ਚਾਹੁੰਦੇ ਨੇ। ਮੈਂ ਇਸ ਵਕਤ ਬਿਜ਼ੀ ਹਾਂ ਨਾ, ਮੈਂ ਬਿਜ਼ੀ ਹਾਂ ਇਸ ਵਕਤ। ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਹੈ ਮੇਰੇ ਕੋਲ ਆਣ ਕੇ। ਸਰ ਪਿਛਲੇ 3 ਘੰਟੇ ਤੋਂ ਤੁਹਾਡੇ ਨਾਲ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ 3 ਘੰਟਿਆਂ ਤੋਂ ਤੁਸੀਂ ਇਹੀ ਕਹੀ ਜਾ ਰਹੇ ਹੋ, ਕਦੀ ਤੁਸੀਂ ਖਾਣਾ ਖਾ ਰਹੇ ਹੋ, ਕਦੀ ਤੁਸੀਂ ਬਿਜ਼ੀ ਹੋ, ਲੋਕਾਂ ਦੇ ਲਈ ਹੋ ਤੁਸੀਂ। ਸੋ ਫੋਨ ਕਰ ਦਿੱਤਾ ਐਸਐਚਓ ਸਾਹਿਬ ਨੇ। ਮੈਂ ਇੱਥੇ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹਰ ਵਾਰ ਕਦੇ ਖਾਣਾ ਖਾ ਰਹੇ ਹਾਂ, ਕਦੀ ਅਸੀਂ ਕੁਝ ਕਰ ਰਹੇ ਹਾਂ, ਕਦੀ ਸੀਨੀਅਰ ਅਧਿਕਾਰੀ ਇਸ 'ਤੇ ਜਵਾਬ ਦੇਣਗੇ। ਲਗਾਤਾਰ ਲੋਕ ਜਿਹੜੇ ਨੇ ਇਹ ਲੋਕਾਂ ਦੇ ਲਈ ਹੀ ਨੇ, ਲੋਕਾਂ ਦੀ ਸੇਵਾ ਦੇ ਵਿੱਚ ਰਹਿਣ ਦੀ ਗੱਲ ਕਰਦੇ ਨੇ, ਵਾਅਦਾ ਕਰਦੇ ਨੇ। ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਹਾ ਜਾਂਦਾ ਹੈ ਕਿ ਅਸੀਂ ਇਹਨਾਂ ਦੀ ਸੇਵਾ ਦੇ ਵਿੱਚ ਹਾਂ, ਲੇਕਿਨ 3 ਘੰਟਿਆਂ ਤੋਂ ਇੱਕ ਬੇਟੀ ਜਿਹੜੀ ਹੈ ਘਰ ਤੋਂ ਬਾਹਰ ਹੈ, ਪੂਰਾ ਪਰਿਵਾਰ ਪਰੇਸ਼ਾਨ ਹੈ। 4 ਸਾਲ ਦੇ ਬੱਚੇ ਨੂੰ, ਆਪਣੇ ਹੀ ਬੱਚੇ ਨੂੰ ਲੈ ਕੇ ਆਇਆ, ਘਰ ਦੇ ਵਿੱਚੋਂ ਕੋਈ ਦੂਸਰੀ ਚੀਜ਼ ਨਹੀਂ ਚੁੱਕੀ ਹੈ। ਲੀਗਲ ਤਰੀਕੇ ਦੇ ਨਾਲ ਵੀ ਬੱਚਾ ਮਾਂ ਦੇ ਨਾਲ ਰਹਿ ਸਕਦਾ, ਲੇਕਿਨ ਮਾਂ ਦੇ ਖਿਲਾਫ ਸ਼ਿਕਾਇਤ ਕੀਤੇ ਜਾਣ ਦੀ ਗੱਲ ਆਈ ਹੈ। ਤੇ ਜਦੋਂ ਇਹਨਾਂ ਦੇ ਵੱਲੋਂ ਬੱਚਾ ਲਿਆਉਣ ਤੋਂ ਬਾਅਦ ਐਸਐਚਓ ਨੂੰ ਦੱਸਿਆ ਗਿਆ ਜਾਂ ਏਸੀਪੀ ਨੂੰ ਦੱਸਿਆ ਗਿਆ, ਹਾਲਾਂਕਿ ਏਸੀਪੀ ਜਿਹੜੇ ਨੇ ਉਹਨਾਂ ਦੇ ਵੱਲੋਂ ਤਾਂ ਜਿਹੜਾ ਅਜਿਹਾ ਜਿਹੜਾ ਨਹੀਂ ਕਿਹਾ ਗਿਆ, ਯਾਨੀ ਹੁੰਗਾਰਾ ਭਰਿਆ ਗਿਆ ਕਿ ਕੋਈ ਗੱਲ ਨਹੀਂ, ਲੇਕਿਨ ਐਸਐਚਓ ਉਲਟਾ ਉਹ ਇਹਨਾਂ 'ਤੇ ਕਾਰਵਾਈ ਕਰਨ ਦੀ ਗੱਲ ਕਰਦੇ। ਤੇ ਜਦੋਂ ਅਸੀਂ ਰਿਪਲਾਈ ਲੈਣਾ ਚਾਹਿਆ, ਜਵਾਬ ਮੰਗਣਾ ਚਾਹਿਆ, ਪੱਖ ਲੈਣਾ ਚਾਹਿਆ, ਤੇ ਤੁਹਾਡੇ ਸਾਹਮਣੇ ਹੀ ਹੈ ਕਿ ਕਿਸ ਤਰ੍ਹਾਂ ਦਾ ਰਵੱਈਆ ਹੈ ਕਿ ਮੈਂ ਅਜੇ ਬਿਜ਼ੀ ਹਾਂ। ਤਾਂ ਫ੍ਰੀ ਕਦੋਂ ਹੋਣਗੇ ਲੋਕਾਂ ਦੀ ਸੇਵਾ ਲਈ, ਖੈਰ ਇਹ ਤਾਂ ਉਹੀ ਜਾਣਦੇ ਨੇ, ਪਰ ਅਸੀਂ ਆਪਣੀ ਗੱਲ ਜਿਹੜੀ ਉਹ ਕੰਟੀਨਿਊ ਰੱਖਾਂਗੇ। ਅਗਲੀ ਕਾਰਵਾਈ ਦੇ ਲਈ ਤੁਸੀਂ, ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਅਟੈਕ ਵੀ ਹੋਇਆ, ਐਸਿਡ ਅਟੈਕ ਬਾਰੇ ਵੀ ਤੁਸੀਂ ਦੱਸਿਆ, ਐਸਿਡ ਅਟੈਕ ਵੀ ਇਹਨਾਂ ਦਿਨਾਂ ਦੇ ਵਿੱਚ ਹੋਇਆ ਜਾਂ ਕੁਝ ਸਮਾਂ ਪਹਿਲਾਂ ਹੋਇਆ ਸੀ? ਨਹੀਂ 11 ਤਰੀਕ ਨੂੰ ਹੋਇਆ, 11 ਤਰੀਕ ਨੂੰ ਰਾਤ ਨੂੰ ਹੋਇਆ, ਜਿਸ ਦਿਨ ਤੁਸੀਂ ਰਾਤ ਨੂੰ ਨਿਕਲੇ ਹੋ। ਤੇ ਤੁਸੀਂ ਅਗਲੇ ਦਿਨ ਹੀ ਸ਼ਿਕਾਇਤ ਦੇ ਲਈ ਗਏ ਹੋ? ਹਾਂਜੀ ਮੈਂ ਉਸੇ ਰਾਤ ਐਮਆਰਐਲ ਕਟਵਾਤੀ ਸੀ ਆਪਣੀ, ਤੇ ਮੈਂ ਉੱਥੇ ਕੰਪਲੇਂਟ ਦਿੱਤੀ ਹੈ। ਮੇਰੇ ਬਿਆਨ ਵੀ ਹੋਏ ਐਟ ਦੈਟ ਟਾਈਮ, ਤੇ ਹਸਪੀਟਲ ਐਡਮਿਟ ਸੀ। ਉਸ 'ਤੇ ਐਟ ਅ ਟਾਈਮ ਪੁਲਿਸ ਆਫੀਸਰ ਆਏ ਹੈ ਤੇ ਉਹਨਾਂ ਨੇ ਮੇਰੇ ਬਿਆਨ ਲਿੱਤੇ ਹੈ। ਤੇ ਹੁਣ ਉਸ 'ਤੇ ਕੋਈ ਕਾਰਵਾਈ ਹੋ ਰਹੀ ਹੈ? ਕੋਈ ਤੁਹਾਨੂੰ ਪਤਾ ਲੱਗਾ ਕਿ ਇਸ 'ਤੇ ਕੋਈ ਕਾਰਵਾਈ ਹੋ ਰਹੀ ਹੈ? ਇੰਨੇ ਦਿਨ ਸਿਰਫ ਬੱਚੇ ਦੀ ਮੰਗ ਕਰ ਰਹੀ ਹਾਂ, ਕਾਰਵਾਈ ਤਾਂ ਹੁੰਦੀ ਰਹੇਗੀ। ਇੱਕ ਮਾਂ ਤੋਂ ਇੱਕ ਬੱਚਾ ਦੂਰ ਕੀਤਾ ਗਿਆ, ਮੈਂ ਸਿਰਫ ਬੱਚੇ ਦੀ ਮੰਗ ਕਰ ਰਹੀ ਸੀ। ਮੈਨੂੰ 5 ਮਿੰਟ ਲਈ ਮਿਲਾ ਦਿਓ, ਮੈਂ ਤੜਪਦੀ ਮੈਂ ਉਹਦੇ ਬਿਨਾਂ। ਇਹਨਾਂ ਨੇ ਮੈਨੂੰ ਨਹੀਂ ਮਿਲਾਇਆ। ਮੈਂ ਸੀਪੀ ਸਰ ਦੇ ਵੀ ਗਈ ਹਾਂ, ਮੈਨੂੰ ਬੇਟਾ ਦੇ ਦਿਓ, ਕੱਲ ਮਿਲ ਜੂਗਾ। ਹਰ ਆਸ ਨਾਲ ਮੈਂ ਸਵੇਰੇ ਉੱਠਦੀ, ਮੈਨੂੰ ਅੱਜ ਮੇਰਾ ਬੇਟਾ ਮਿਲ ਜਾਣਾ, ਲੇਕਿਨ ਮੈਨੂੰ ਨਹੀਂ ਮਿਲਦਾ ਹੀ। ਹਾਰ ਕੇ ਮੈਨੂੰ ਘਰ ਜਾਣਾ ਪਿਆ। ਮੈਂ ਆਪਣੇ ਬੇਟਾ ਉਠਾ ਕੇ ਮੈਂ ਵਾਪਸ ਆ ਗਈ ਸੀ। ਮੈਂ ਉਹ ਐਟ ਦ ਟਾਈਮ ਮੈਂ ਸਾਰਿਆਂ ਨੂੰ ਇਨਫੋਰਮ ਕਰਤਾ ਸੀ, ਏਸੀਪੀ ਸਰ ਨੂੰ, ਐਸਐਚਓ ਸਰ ਨੂੰ। ਸਰ ਇਸ ਵਾਰ ਮੇਰੇ ਕੋਲ ਰਿਕਾਰਡਿੰਗਸ ਵੀ ਹੈਗੀਆਂ ਇਹਨਾਂ ਦੀਆਂ। ਇਹਨਾਂ ਨੇ ਮੈਨੂੰ ਹਰ ਵਾਰ ਝੂਠਾ ਦਿਲਾਇਆ ਕਿ ਤੂੰ ਝੂਠ ਬੋਲਦੀ ਹੈ। ਇਸ ਵਾਰ ਮੇਰੇ ਕੋਲ ਸਾਰੀਆਂ ਰਿਕਾਰਡਿੰਗਸ ਹੈ ਜਿਹਦੇ ਵਿੱਚ ਇਹ ਮੰਗ ਕਰ ਰਹੇ ਆ। ਤੁਸੀਂ ਉਹ ਰਿਕਾਰਡਿੰਗ ਸੁਣਾ ਸਕਦੇ ਹੋ ਇਸ ਵੇਲੇ? ਹਾਂਜੀ ਮੈਂ ਸੁਣਾ ਸਕਦੀ ਹਾਂ ਰਿਕਾਰਡਿੰਗਸ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਇਹਨਾਂ ਦੇ ਜੋ ਸਹੁਰਾ ਪਰਿਵਾਰ ਨੇ ਜਾਂ ਜਿਹੜੇ ਆਰੋਪ ਲਗਾਏ ਜਾ ਰਹੇ ਨੇ ਉਹ ਵੀ ਤੁਹਾਨੂੰ ਅਸੀਂ ਸਾਰੀਆਂ ਰਿਕਾਰਡਿੰਗ ਸੁਣਾਈਏ। ਸਾਡੀ ਹਮਦਰਦੀ ਵੀ ਤੁਹਾਡੇ ਨਾਲ ਹੈ ਔਰ ਇਹਨਾਂ ਦੇ ਹਾਲਾਤ ਵੀ ਅਸੀਂ ਸਮਝ ਸਕਦੇ ਹਾਂ ਕਿ ਇਸ ਵੇਲੇ ਇਹਨਾਂ 'ਤੇ ਕੀ ਬੀਤ ਰਹੀ ਹੈ। ਪਰ ਜਿੱਥੇ ਇੱਕ ਪਾਸੇ ਇਨਸਾਫ ਦੇ ਲਈ ਖਾਸ ਕਰਕੇ ਸਿਰਫ ਇਹੀ ਕਹਿ ਰਹੇ ਨੇ ਕਿ ਮੈਨੂੰ ਕੁਝ ਹੋਰ ਨਹੀਂ ਚਾਹੀਦਾ, ਸਿਰਫ ਮੈਨੂੰ ਆਪਣਾ ਬੱਚਾ ਹੀ ਚਾਹੀਦਾ, ਪਰ ਦੂਸਰੇ ਪਾਸੇ ਐਸਐਚਓ ਜਾਂ ਫਿਰ ਸਹੁਰਾ ਪਰਿਵਾਰ ਜਿਹੜਾ ਹੈ ਉਹ ਲਗਾਤਾਰ ਇਹਨਾਂ 'ਤੇ ਸ਼ਿਕਾਇਤਾਂ ਕਰਵਾ ਰਿਹਾ ਹੈ ਕਿ ਬੱਚੇ ਨੂੰ ਜ਼ਬਰਦਸਤੀ ਇੱਥੋਂ ਲੈ ਕੇ ਗਏ ਨੇ, ਜਦਕਿ ਲੀਗਲ ਤਰੀਕੇ ਦੇ ਨਾਲ ਵੀ ਇੱਕ ਮਾਂ ਆਪਣੇ ਛੋਟੇ ਬੱਚੇ ਨੂੰ ਨਾਲ ਰੱਖ ਸਕਦੀ ਹੈ। ਪਰ ਦੂਸਰੇ ਪਾਸੇ ਇਹਨਾਂ 'ਤੇ ਹੀ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਤੇ ਜਦੋਂ ਐਸਐਚਓ ਤੋਂ ਇਸ ਮਾਮਲੇ ਵਿੱਚ ਜਵਾਬ ਮੰਗਿਆ ਜਾ ਰਿਹਾ ਤਾਂ ਪਿਛਲੇ 3 ਘੰਟੇ ਤੋਂ ਸਿਰਫ ਇੱਕ ਹੀ ਜਵਾਬ ਆ ਰਿਹਾ ਕਿ ਮੈਂ ਬਿਜ਼ੀ ਹਾਂ। ਫਿਲਹਾਲ ਇਸ ਮਾਮਲੇ ਦੇ ਵਿੱਚ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਤਦ ਤੱਕ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਸਰੂਚੀ, ਦੈਨਿਕ ਸਵੇਰਾ ਜਲੰਧਰ।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठग्गां तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84 374 94 647 84 374 94 648 ਬਾਬਾ ਫਤਿਹ ਖਾਨ ਪੰਜਾਬ ਦੇ ਨੰਬਰ 1 ਤਾਂਤਰਿਕ ਬੰਗਾਲ ਤੋਂ ਸਿੱਧੀ ਪ੍ਰਾਪਤ ਪੱਕਾ ਕੰਮ ਪੱਕਾ ਹੱਲ 101% ਗਾਰੰਟੀ ਅਸਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਪਨ ਜਾਦੂ ਟੋਨਾ ਲਵ ਮੈਰਿਜ ਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਸੰਪਰਕ ਕਰੋ ਬਾਬਾ ਫਤਿਹ ਖਾਨ 99586 35478